हाँ जी। ਅੱਜ ਆਪਾਂ ਅਗਲਾ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਾਂ ਜੀ। ਚੈਪਟਰ ਦਾ ਨਾਮ ਹੈ ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ। ਮੀਨਸ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲ। ਦੇਖੋ ਕੋਈ ਵੀ ਚੈਪਟਰ ਜਦੋਂ ਸ਼ੁਰੂ ਕਰਨਾ ਹੈ ਸਭ ਤੋਂ ਪਹਿਲੇ ਉਸ ਚੈਪਟਰ ਦਾ ਨਾਮ ਜਿਹੜਾ ਹੈ ਬੜੀ ਅੱਛੀ ਤਰ੍ਹਾਂ ਕਲੀਅਰ ਹੋ ਜਾਣਾ ਚਾਹੀਦਾ। ਤਾਂ ਇਸ ਚੈਪਟਰ ਦਾ ਸਭ ਤੋਂ ਪਹਿਲੇ ਆਪਾਂ ਨਾਮ ਪੜ੍ਹਦੇ ਹਾਂ ਦੋ ਚਲ। ਦੋ ਚਲ ਦਾ ਮਤਲਬ ਹੈ ਟੂ ਵੇਰੀਏਬਲ। ਦੋ ਚਲ ਮਤਲਬ ਦੋ ਵੇਰੀਏਬਲ, ਟੂ ਵੇਰੀਏਬਲਸ। ਟੂ ਵੇਰੀਏਬਲ ਕਿਹੜੇ ਹੁੰਦੇ ਆ ਜੀ? ਵੇਰੀਏਬਲ ਯਾਨੀ ਕਿ ਚਲ ਜਿਨ੍ਹਾਂ ਦੀ ਵੈਲਿਊ यानी कि कीमत बदलती रहती है ਉਹਨੂੰ ਅਸੀਂ ਵੇਰੀਏਬਲ ਕਹਿੰਦੇ ਆ। ਇਹਨੂੰ ਅਸੀਂ x y z ਆਦਿ ਅੱਖਰਾਂ ਨਾਲ ਰਿਪਰੈਜ਼ੈਂਟ ਕਰਦੇ ਆ, ਦਰਸਾਉਂਦੇ ਆ। ਤਾਂ ਇਹ ਤਾਂ ਸੀ ਦੋ ਚਲ, ਮਤਲਬ ਕਿ ਦੋ ਚਲਾਂ ਦੇ ਵਿੱਚ ਹੈ। ਅੱਗੇ ਗੱਲ ਹੋ ਰਹੀ ਹੈ ਜੀ ਰੇਖੀ ਸਮੀਕਰਨਾਂ ਦੀ। ਕਿਹਦੀ ਗੱਲ ਹੋ ਰਹੀ ਹੈ ਜੀ? ਰੇਖੀ ਸਮੀਕਰਨ। ਰੇਖੀ ਸਮੀਕਰਨ ਨੂੰ ਕੀ ਕਹਿੰਦੇ ਅਸੀਂ? ਲੀਨੀਅਰ ਇਕੁਏਸ਼ਨ। ਅਸੀਂ ਇਕੁਏਸ਼ਨਸ ਪੜ੍ਹ ਚੁੱਕੇ ਹਾਂ। ਤਾਂ ਲੀਨੀਅਰ ਇਕੁਏਸ਼ਨ ਕਿਹੜੀ ਹੁੰਦੀ ਹੈ? ਲੀਨੀਅਰ ਇਕੁਏਸ਼ਨ ਜਿਸ ਨੂੰ ਅਸੀਂ ਰੇਖੀ ਸਮੀਕਰਨ ਕਹਿੰਦੇ ਹਨ। ਰੇਖੀ ਸਮੀਕਰਨ ਉਹ ਹੁੰਦੀ ਹੈ ਜਿਸ ਵਿੱਚ ਵੇਰੀਏਬਲ ਦੀ ਘਾਤ ਯਾਨੀ ਕਿ ਡਿਗਰੀ 1 ਹੋਵੇ। ਡਿਗਰੀ 1 ਇੱਕ ਘਾਤ ਵਾਲੀ ਸਮੀਕਰਨ। ਤਾਂ ਹੁਣ ਥੋੜਾ ਜਿਹਾ ਸਾਨੂੰ ਚੈਪਟਰ ਕਲੀਅਰ ਹੋਣ ਲੱਗ ਗਿਆ ਵੀ ਜੋ ਚੈਪਟਰ ਹੈ ਉਸ ਚੈਪਟਰ ਦੇ ਵਿੱਚ ਸਾਡੇ ਕੋਲ ਉਸ ਦਾ ਸਾਨੂੰ ਸਭ ਤੋਂ ਪਹਿਲੇ ਨਾਮ ਕਲੀਅਰ ਹੋਣਾ ਚਾਹੀਦਾ ਹੈ। ਚੈਪਟਰ ਦਾ ਨਾਮ ਕੀ ਹੈ ਜੀ? ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ, ਭਾਵ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲ। ਪੇਅਰ ਦਾ ਮਤਲਬ ਕੀ ਹੁੰਦਾ ਹੈ ਜੀ? ਜੋੜੇ। ਪੇਅਰ ਮੀਨਸ ਜੋੜੇ। ਤਾਂ ਕਿੱਦਾਂ ਦੇ ਜੋੜੇ ਹੋ ਸਕਦੇ? ਦੋ ਹੋ ਸਕਦੀਆਂ ਸਾਡੇ ਕੋਲ ਸੰਖਿਆ ਰਕਮਾਂ, ਇਕੁਏਸ਼ਨਾਂ, ਜਿਵੇਂ 3x ਪਲੱਸ 2y ਇਜ਼ ਇਕਲ ਟੂ 5, 5x ਪਲੱਸ y ਇਜ਼ ਇਕਲ ਟੂ -7। ਤਾਂ ਇਹ ਇੱਕ ਮੈਂ ਸਿੰਪਲ ਉਦਾਹਰਨ ਲੈ ਕੇ ਚੱਲ ਰਿਹਾ ਵੀ ਇਦਾਂ ਦੀਆਂ ਸਮੀਕਰਨਾਂ ਨੂੰ ਅਸੀਂ ਕਹਿੰਦੇ ਹਾਂ ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ। ਪੇਅਰ ਆਫ, ਪੇਅਰ ਮੀਨਸ ਇਹ ਪੇਅਰ ਬਣ ਗਿਆ ਦੋ ਦਾ। ਲੀਨੀਅਰ ਇਕੁਏਸ਼ਨ x ਦੀ ਪਾਵਰ ਵੀ 1 ਹੈ, y ਦੀ ਪਾਵਰ ਵੀ 1, ਮਤਲਬ ਕਿ ਇਸ ਸਮੀਕਰਨ ਦੀ ਡਿਗਰੀ ਕਿੰਨੀ ਹੈ? 1, ਔਰ ਇਹਦੀ ਵੀ ਡਿਗਰੀ ਕਿੰਨੀ ਹੈ? 1। ਇਸ ਕਰਕੇ ਇਸ ਨੂੰ ਕਹਿੰਦੇ ਹਾਂ ਅਸੀਂ ਇੱਕ ਘਾਤੀ ਸਮੀਕਰਨ। ਤਾਂ ਇਹ ਹੋ ਗਈ ਰੇਖੀ ਕਹਿੰਦੇ ਇਸ ਨੂੰ ਰੇਖੀ ਸਮੀਕਰਨ। ਉਸ ਤੋਂ ਬਾਅਦ ਦੋ ਵੇਰੀਏਬਲ x ਤੇ y ਯੂਜ਼ ਹੋ ਰਹੇ, ਇੱਥੇ ਵੀ x ਤੇ y ਯੂਜ਼ ਹੋ ਰਹੇ। ਤਾਂ ਇਦਾਂ ਦੀਆਂ ਸਮੀਕਰਨਾਂ ਨੂੰ ਧਿਆਨ 'ਚ ਰੱਖਣਾ। ਜੋ ਸਮੀਕਰਨਾਂ ਇਸ ਪ੍ਰਕਾਰ ਦੀਆਂ ਹੁੰਦੀਆਂ ਹਨ ਉਹਨਾਂ ਨੂੰ ਅਸੀਂ ਕੀ ਕਹਿੰਦੇ ਜੀ? ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲ। ਜਦੋਂ ਦੋ ਇਕੁਏਸ਼ਨਸ ਲੈ ਲੈਂਦੇ ਹਾਂ ਤਾਂ ਉਸ ਨੂੰ ਅਸੀਂ ਪੇਅਰ 'ਚ ਕਹਿ ਦਿੰਦੇ ਹਾਂ। ਤਾਂ ਮਤਲਬ ਕਿ ਸਭ ਤੋਂ ਪਹਿਲੇ ਸਾਨੂੰ ਚੈਪਟਰ ਦਾ ਨਾਮ ਕਲੀਅਰ ਹੋ ਗਿਆ ਵੀ ਚੈਪਟਰ ਦੇ ਵਿੱਚ ਕਿਸ ਤਰ੍ਹਾਂ ਦੀਆਂ ਸਮੀਕਰਨਾਂ ਦੀ ਗੱਲ ਹੋਵੇਗੀ। ਤਾਂ ਇਸ ਚੈਪਟਰ ਦੇ ਵਿੱਚ ਇਸ ਤਰ੍ਹਾਂ ਦੀਆਂ ਸਮੀਕਰਨਾਂ ਦੀ ਗੱਲ ਹੋਵੇਗੀ। ਤਾਂ ਇਸ ਤੋਂ ਹੁਣ ਆਪਾਂ ਥੋੜਾ ਅੱਗੇ ਚੱਲਦੇ ਹਾਂ ਜੀ ਵੀ ਇਸ ਸਮੀਕਰਨਾਂ ਨੂੰ ਅਸੀਂ ਅਗਰ ਜਰਨਲ ਰੂਪ ਦੇ ਵਿੱਚ ਦੇਖਣਾ ਹੈ ਤਾਂ ਕਿੱਦਾਂ ਦੀਆਂ ਹੋ ਸਕਦੀਆਂ ਹਨ। ਤਾਂ ਉਹ ਆਪਾਂ ਹੁਣ ਅੱਗੇ ਚੱਲਦੇ ਹਾਂ। ਤਾਂ ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ ਅਸੀਂ ਲੈ ਕੇ ਚੱਲਾਂਗੇ। ਉਹ ਹੋਣਗੇ a1x ਪਲੱਸ b1y ਇਜ਼ ਇਕਲ ਟੂ c1, a2x ਪਲੱਸ b2y ਇਜ਼ ਇਕਲ ਟੂ c2। ਇਹ ਦੋ ਸਮੀਕਰਨਾਂ ਸਾਡੇ ਕੋਲ ਜਿਹੜੀਆਂ ਆ ਗਈਆਂ। ਇਹਨਾਂ ਨੂੰ ਧਿਆਨ ਨਾਲ ਦੇਖੋ। ਇਹ x ਤੇ y ਇਸ 'ਚ ਵੇਰੀਏਬਲ ਹਨ ਜਿਨ੍ਹਾਂ ਨੂੰ ਅਸੀਂ ਚੱਲ ਕਹਿੰਦੇ ਹਾਂ ਇੱਥੇ ਵੀ। ਤੇ a1 ਇਹਨੂੰ a1 ਕਹਿਣਾ, ਇਹਦੇ ਪੈਰਾਂ ਦੇ ਵਿੱਚ ਥੋੜਾ ਨੀਚੇ ਕਰਕੇ a1 ਲਿਖਿਆ ਹੋਇਆ ਹੈ। a1 x ਪਲੱਸ b1 y
ਇਜ਼ ਇਕਲ ਟੂ C1 ਤੇ ਦੂਜਾ ਕੀ ਹੈ ਜੀ A2x ਪਲੱਸ B2y ਇਜ਼ ਇਕਲ ਟੂ C2। ਇਹ ਜੋ ਹੈ ਤੁਹਾਨੂੰ ਚੰਗੀ ਤਰ੍ਹਾਂ ਇਹ ਸਮਝ ਲੈਣਾ ਚਾਹੀਦਾ ਹੈ ਵੀ ਇਦਾਂ ਦੀਆਂ ਸਮੀਕਰਨਾਂ ਨੂੰ ਅਸੀਂ ਰੇਖੀ ਸਮੀਕਰਨ ਕਹਿੰਦੇ ਹਨ ਦੋ ਚਲਾਂ ਵਿੱਚ ਇਨ ਟੂ ਵੇਰੀਏਬਲ ਮੀਨਸ ਥੀਸ ਆਰ ਪੇਅਰ ਆਫ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲ। ਹੁਣ ਇਸ ਦੇ ਵਿੱਚ ਕੁਝ ਤੁਸੀਂ ਗੱਲਾਂ ਯਾਦ ਰੱਖਣੀਆਂ ਹਨ, ਕੁਝ ਫਾਰਮੂਲੇ ਇਸ ਦੇ ਮੈਂ ਲਿਖ ਰਿਹਾ ਹਾਂ। ਸਭ ਤੋਂ ਪਹਿਲੇ ਇੱਕ ਟੇਬਲ ਦੇ ਫਾਰਮ ਦੇ ਵਿੱਚ ਆਪਾਂ ਇਸ ਨੂੰ ਬਣਾ ਸਕਦੇ ਹਾਂ ਤਾਂ A1 ਓਵਰ A2 ਨੋਟ ਇਕੁਅਲ ਟੂ B1 ਓਵਰ B2। ਤਿੰਨ ਫਾਰਮੂਲੇ ਇੱਥੋਂ ਬਣਾ ਰਿਹਾ ਮੈਂ। ਸੈਕਿੰਡ ਹੈ A1 ਓਵਰ A2 is equal to B1 over B2 is equal to C1 over C2। थर्ड फॉर्मूला है मेरा A1 over A2 is equal to B1 over B2 is not equal to C1 over C2। ਹੁਣ ਤੁਸੀਂ ਕਹੋਗੇ ਜੀ ਇਹ ਕੀ ਹੈ? ਦੇਖੋ ਦੋ ਸਮੀਕਰਨਾਂ ਦੇ ਵਿੱਚੋਂ x1 ਦਾ ਕੋਫੀਸ਼ੀਐਂਟ A1 ਨੀਚੇ A2 ਤੇ ਦੂਜੇ ਪਾਸੇ B1 ਤੇ B2। ਅਗਰ A1 ਔਰ A2 ਦੀ ਕੀਮਤ ਜੋ ਵੈਲਿਊ ਅਸੀਂ ਕੱਢਣੀ ਆ ਔਰ B1 ਓਵਰ B2 ਦੀ ਕੀਮਤ ਅਗਰ ਇਹ ਦੋਨੋਂ ਕੀਮਤਾਂ ਆਪਸ ਵਿੱਚ ਬਰਾਬਰ ਨਾ ਹੋਣ ਕਿ A1 ਓਵਰ A2 ਬਰਾਬਰ ਨਾ ਹੋਵੇ B1 ਬਟੇ B2 ਤਾਂ ਇਸ ਸਮੀਕਰਨਾਂ ਇਹ ਜਿਹੜੀਆਂ ਦੋ ਸਾਨੂੰ ਸਮੀਕਰਨਾਂ ਦਿੱਤੀਆਂ ਹਨ ਤਾਂ ਇਹਨਾਂ ਦਾ ਇੱਕ ਹੱਲ ਹੋਵੇਗਾ। ਕੀ ਲਿਖਾਂਗੇ ਜੀ? ਇੱਕ ਵਿਲੱਖਣ ਹੱਲ ਹੋਵੇਗਾ ਜਿਸ ਨੂੰ ਅਸੀਂ ਕਹਿੰਦੇ ਹਾਂ ਯੂਨੀਕ ਸੋਲਿਊਸ਼ਨ। ਕੀ ਹੋਏਗਾ ਜੀ? ਯੂਨੀਕ ਸੋਲਿਊਸ਼ਨ। ਤਾਂ ਇਹ ਗੱਲ ਯਾਦ ਰੱਖਣੀ, ਫਾਰਮੂਲਾ ਬਣ ਗਿਆ ਕਿ ਅਗਰ A1 ਓਵਰ A2 ਬਰਾਬਰ ਨਾ ਹੋਵੇ B1 ਓਵਰ B2 ਤਾਂ ਸਮੀਕਰਨਾਂ ਦਾ ਇਹਨਾਂ ਦੋ ਸਮੀਕਰਨਾਂ ਦਾ ਇੱਕ ਵਿਲੱਖਣ ਹੱਲ ਹੋਵੇਗਾ ਮੀਨਸ ਇੱਕ ਯੂਨੀਕ ਸੋਲਿਊਸ਼ਨ ਹੋਵੇਗਾ। ਇਹ ਕੀ ਹੈ ਜੀ? ਜਦੋਂ A1 ਓਵਰ A2 ਕੱਢ ਲਿਆ, B1 ਓਵਰ B2 ਕੱਢ ਲਿਆ, C1 ਓਵਰ C2 ਜਦੋਂ ਕੱਢ ਲਿਆ, ਜਦੋਂ ਤਿੰਨਾਂ ਦੀ ਕੀਮਤ ਕੀ ਹੋ ਜਾਏ ਜੀ? ਬਰਾਬਰ। ਜਦੋਂ ਤਿੰਨੋਂ ਆਪਸ ਵਿੱਚ ਬਰਾਬਰ ਹੋ ਜਾਣ ਤਾਂ ਬਹੁਤ ਸਾਰੇ ਹੱਲ ਹੋ ਸਕਦੇ ਹਨ। ਤਾਂ ਅਸੀਂ ਲਿਖਾਂਗੇ ਸਮੀਕਰਨਾਂ ਦੇ ਅਨੇਕਾਂ ਹੱਲ ਹੋਣਗੇ। ਕੀ ਹੋਣਗੇ ਜੀ? ਅਨੇਕਾਂ ਹੱਲ। ਮੈਨੀ ਸੋਲਿਊਸ਼ਨਸ। equations have many solutions। many solutions ਕਾਫੀ ਹੱਲ ਹੋਣਗੇ ਇਹਨਾਂ ਦੋ ਸਮੀਕਰਨਾਂ ਦੇ ਜਦੋਂ ਇਹ ਤਿੰਨੋਂ ਰਕਮਾਂ ਦੀਆਂ ਕੀਮਤਾਂ ਕੀ ਹੋ ਜਾਣ ਜੀ? ਬਰਾਬਰ। ਤਾਂ ਤੀਜਾ ਕੇਸ ਕੀ ਹੈ ਜੀ? ਜਦੋਂ A1 ਓਵਰ A2 B1 ਓਵਰ B2 ਪਹਿਲੇ ਦੋ ਤਾਂ ਹੋ ਜਾਣ ਬਰਾਬਰ ਤੇ ਤੀਜਾ ਜਿਹੜਾ ਹੈ C1 ਓਵਰ C2 ਇਹਨਾਂ ਦੇ ਕੀ ਨਾ ਹੋਵੇ ਜੀ? ਬਰਾਬਰ ਨਾ ਹੋਵੇ। ਤਾਂ ਅਸੀਂ ਲਿਖਾਂਗੇ ਉਦੋਂ ਕੋਈ ਵੀ ਹੱਲ ਨਹੀਂ ਹੋਵੇਗਾ ਮੀਨਸ ਨੋ ਸੋਲਿਊਸ਼ਨ। ਭਾਵ ਸਮੀਕਰਨਾਂ ਦਾ ਕੋਈ ਵੀ ਹੱਲ ਨਹੀਂ ਹੋਵੇਗਾ, ਉਹਨਾਂ ਦਾ ਕੋਈ ਵੀ ਸੋਲਿਊਸ਼ਨ ਨਹੀਂ ਹੋਵੇਗਾ। ਇਹ ਗੱਲਾਂ ਤੁਸੀਂ ਯਾਦ ਰੱਖਣੀਆਂ ਵੀ ਇਸ ਫਾਰਮੂਲੇ ਨਾਲ ਅਸੀਂ ਕੀ ਪਤਾ ਕਰਨਾ ਹੈ। ਦੂਜੇ ਦਾ ਮਤਲਬ ਹੈ ਮੈਨੀ ਸੋਲਿਊਸ਼ਨ, ਤੀਜੇ ਦਾ ਮਤਲਬ ਹੈ ਨੋ ਸੋਲਿਊਸ਼ਨ, ਕੋਈ ਵੀ ਹੱਲ ਨਹੀਂ ਹੈ। ਵਿਲੱਖਣ ਹੱਲ, ਅਨੇਕਾਂ ਹੱਲ, ਕੋਈ ਵੀ ਹੱਲ ਨਹੀਂ ਹੈ। ਹੁਣ ਜਦੋਂ ਤੁਸੀਂ ਦੋ ਸਮੀਕਰਨਾਂ ਦਾ ਗ੍ਰਾਫ ਬਣਾਓਗੇ, ਆਪਾਂ ਅੱਗੇ ਚੱਲ ਕੇ ਸਿੱਖਾਂਗੇ ਵੀ ਸਮੀਕਰਨਾਂ ਦੇ ਗ੍ਰਾਫ ਕਿਵੇਂ ਬਣਦੇ ਹਨ। ਇੱਕ ਗੱਲ ਯਾਦ ਰੱਖਣੀ ਹੈ, ਜਦੋਂ ਸਮੀਕਰਨਾਂ ਦਾ ਗ੍ਰਾਫ ਬਣਾ ਕੇ ਆਪਸ ਵਿੱਚ ਕੱਟੇ ਤਾਂ ਯੂਨੀਕ ਸੋਲਿਊਸ਼ਨ ਹੁੰਦਾ ਹੈ। ਆਪਸ ਵਿੱਚ ਕੱਟਣਗੇ ਗ੍ਰਾਫ, ਆਪਸ ਵਿੱਚ ਕੱਟਣਗੇ। ਠੀਕ ਹੈ ਜੀ। ਗ੍ਰਾਫ will intersect at a point। ਕੀ ਕਰਨਗੇ ਜੀ? ਇੰਟਰਸੈਕਟ ਕਰਨਗੇ। ਇੰਟਰਸੈਕਟ ਦਾ ਮਤਲਬ ਹੁੰਦਾ ਹੈ ਕਿਸੇ ਪੁਆਇੰਟ ਦੇ ਉੱਤੇ ਕੱਟਣਾ। ਮਤਲਬ ਕਿ ਜਦੋਂ ਗ੍ਰਾਫ ਬਣਾਓਗੇ ਤੁਸੀਂ ਇਹਨਾਂ ਦਾ ਤਾਂ ਗ੍ਰਾਫ ਜੋ ਹੈ ਇਦਾਂ ਕਿਸੇ ਨਾ ਕਿਸੇ
ਇੱਕ ਦਾ ਗ੍ਰਾਫ ਸਪੋਜ਼ ਕਰੋ ਇਹ ਆ ਤੇ ਦੂਜੇ ਦਾ ਇਹ ਆ, ਤਾਂ ਇਹ ਕਿਸੇ ਇੱਕ ਬਿੰਦੂ ਦੇ ਉੱਤੇ ਕੱਟਣਗੇ। ਕਿੰਨੇ ਬਿੰਦੂਆਂ ਦੇ ਉੱਤੇ ਕੱਟਣਗੇ ਜੀ? ਇੱਕ ਬਿੰਦੂ ਤੇ। ਜਿਸ ਬਿੰਦੂ ਦੇ ਉੱਤੇ ਇਹ ਕੱਟਦੇ ਆ ਉਹ ਇਹਨਾਂ ਦਾ ਕੀ ਹੁੰਦਾ ਹੈ? ਸੋਲਿਊਸ਼ਨ, ਜਿਸ ਨੂੰ ਕਹਿੰਦੇ ਆ ਸਮੀਕਰਨਾਂ ਦਾ ਹੱਲ। ਤਾਂ ਇਹ ਗੱਲ ਯਾਦ ਰੱਖਣੀ ਹੈ, ਜਦੋਂ a1/a2 ਔਰ b1/b2 ਬਰਾਬਰ ਨਾ ਹੋਣ ਤਾਂ ਉਹਨਾਂ ਦੇ ਗ੍ਰਾਫ ਜਿਹੜੇ ਹਨ ਇੱਕ ਬਿੰਦੂ ਦੇ ਉੱਤੇ ਗ੍ਰਾਫ ਆਪਸ ਵਿੱਚ ਕੱਟਣਗੇ। ਇੱਕ ਬਿੰਦੂ ਦੇ ਉੱਤੇ ਗ੍ਰਾਫ ਵਿਲ ਇੰਟਰਸੈਕਟ ਐਟ ਏ ਪੁਆਇੰਟ। ਤਾਂ ਉਹ ਜੋ ਪੁਆਇੰਟ ਹੈ ਉਹ ਸਮੀਕਰਨ ਦਾ ਹੱਲ ਹੁੰਦਾ ਹੈ। ਹੁਣ ਦੂਜੇ ਪਾਸੇ ਆ ਜਾਓ ਜੀ, ਜਦੋਂ a1/a2 ਬਰਾਬਰ ਹੈ b1/b2 ਤੇ ਬਰਾਬਰ ਹੈ c1/c2, ਜਦੋਂ ਤਿੰਨੋਂ ਇਹ ਆਪਸ ਵਿੱਚ ਕੀ ਹੋਣ? ਬਰਾਬਰ ਹੋਣ, ਤਾਂ ਅਨੇਕਾਂ ਹੱਲ ਹੋਣਗੇ। ਹੁਣ ਤੁਸੀਂ ਇਸ ਨੂੰ ਧਿਆਨ ਨਾਲ ਦੇਖੋ, ਜੇ ਗ੍ਰਾਫ ਇੱਕ ਬਿੰਦੂ ਤੇ ਕੱਟੇ ਤਾਂ ਇੱਕ ਹੱਲ, ਜੇ ਗ੍ਰਾਫ ਬਹੁਤ ਸਾਰੇ ਬਿੰਦੂਆਂ ਦੇ ਉੱਤੇ ਇੱਕ ਦੂਜੇ ਨੂੰ ਕੱਟੇ ਤਾਂ ਕੀ ਕਹਾਂਗੇ ਆਪਾਂ? ਅਨੇਕਾਂ ਹੱਲ, ਮੈਨੀ ਸੋਲਿਊਸ਼ਨਸ। ਤਾਂ ਉਹ ਗ੍ਰਾਫ ਕਿੱਦਾਂ ਦਾ ਹੋਵੇਗਾ? ਉਸ ਗ੍ਰਾਫ ਨੂੰ ਧਿਆਨ ਨਾਲ ਦੇਖੋ, ਉਹ ਭਾਵ ਹੈ ਇੱਕ ਗ੍ਰਾਫ ਤਾਂ ਇਹ ਆ ਗਿਆ, ਮੰਨ ਕੇ ਚੱਲਦੇ ਹਾਂ ਵੀ ਆਪਾਂ ਪਹਿਲੀ ਜੋ ਸਮੀਕਰਨ ਹੈ ਉਸ ਦਾ ਇਹ ਗ੍ਰਾਫ ਆ ਗਿਆ, ਦੂਜੀ ਸਮੀਕਰਨ ਦਾ ਗ੍ਰਾਫ ਜਿਹੜਾ ਹੈ ਉਹ ਵੀ ਇਸ ਦੇ ਉੱਪਰ ਹੀ ਆ ਗਿਆ। ਕੀ ਆ ਗਿਆ ਜੀ? ਇਸ ਦੇ ਉੱਪਰ। ਦੋਨੋਂ ਗ੍ਰਾਫ ਇੱਕ ਦੂਜੇ ਦੇ ਕੀ ਆ ਗਏ ਜੀ? ਉੱਪਰ। ਇਦਾਂ ਇਹਦਾ ਮਤਲਬ ਪਹਿਲੇ ਗ੍ਰਾਫ ਨੇ ਦੂਜੇ ਗ੍ਰਾਫ ਨੂੰ ਹਰ ਇੱਕ ਪੁਆਇੰਟ ਦੇ ਉੱਤੇ ਕੱਟਤਾ, ਹਰ ਇੱਕ ਪੁਆਇੰਟ ਦੇ ਉੱਤੇ ਕੀ ਕਰਤਾ ਜੀ? ਇੰਟਰਸੈਕਟ ਕਰਿਆ। ਤਾਂ ਇਸ ਤਰ੍ਹਾਂ ਦੇ ਗ੍ਰਾਫ ਨੂੰ ਅਸੀਂ ਕਹਿੰਦੇ ਸੰਪਾਤੀ, ਪੰਜਾਬੀ 'ਚ ਕਹਿੰਦੇ ਆ ਗ੍ਰਾਫ ਸੰਪਾਤੀ ਹੋਣਗੇ। ਕੀ ਹੋਣਗੇ ਜੀ? ਸੰਪਾਤੀ। ਸੰਪਾਤੀ ਦਾ ਮਤਲਬ ਹੈ ਜਦੋਂ ਇੱਕ ਚੀਜ਼ ਦੂਜੇ ਚੀਜ਼ ਦੇ ਬਿਲਕੁਲ ਉੱਪਰ ਆ ਜਾਏ, ਉਹਨੂੰ ਕਹਿੰਦੇ ਸੰਪਾਤੀ। ਓਵਰਲੈਪਿੰਗ ਇੰਗਲਿਸ਼ ਦੇ ਵਿੱਚ ਕਹਾਂਗੇ ਕੋਇਨਸੀਡੈਂਟ, ਕੋਇਨਸਾਈਡ। ਗ੍ਰਾਫਸ ਵਿਲ ਕੋਇਨਸਾਈਡ। ਕੋਇਨਸਾਈਡ ਦਾ ਮਤਲਬ ਹੈ ਦੋਨੋਂ ਇੱਕ ਦੂਜੇ ਦੇ ਉੱਪਰ ਆ ਜਾਣਗੇ। ਇਹ ਗੱਲ ਯਾਦ ਰੱਖਣੀ ਹੈ। ਤਾਂ ਤੀਜਾ ਹੈ, ਧਿਆਨ ਨਾਲ ਦੇਖੋ, ਪਹਿਲੇ ਦੋ ਬਰਾਬਰ ਹਨ a1/a2 = b1/b2, ਲੇਕਿਨ ਤੀਜਾ ਬਰਾਬਰ ਨਹੀਂ ਹੈ। ਜਦੋਂ ਤੀਜਾ ਬਰਾਬਰ ਨਾ ਹੋਵੇ ਤਾਂ ਇਹਦਾ ਮਤਲਬ ਕੋਈ ਵੀ ਹੱਲ ਨਹੀਂ ਹੋਵੇਗਾ। ਜੇ ਕੋਈ ਵੀ ਹੱਲ ਨਹੀਂ ਹੋਵੇਗਾ ਤਾਂ ਧਿਆਨ ਨਾਲ ਦੇਖੋ, ਜੇ ਗ੍ਰਾਫ ਇੱਕ ਵਾਰੀ ਕੱਟਦਾ ਹੈ ਤਾਂ ਇੱਕ ਹੱਲ, ਜੇ ਕਈ ਵਾਰੀ ਕੱਟਦਾ ਹੈ ਤਾਂ ਅਨੇਕਾਂ ਹੱਲ, ਜੇ ਇੱਕ ਵਾਰੀ ਵੀ ਗ੍ਰਾਫ ਨਾ ਕੱਟੇ ਤਾਂ ਉਸ ਦਾ ਹੱਲ ਕੀ ਹੋਵੇਗਾ ਜੀ? ਕੋਈ ਵੀ ਹੱਲ ਨਹੀਂ ਹੋਵੇਗਾ। ਤਾਂ ਇਹ ਕਿਹੋ ਜਿਹਾ ਗ੍ਰਾਫ ਹੋਵੇਗਾ? ਤੁਸੀਂ ਯਾਦ ਕਰੋ ਵੀ ਐਸੀਆਂ ਕੋਈ ਦੋ ਲਾਈਨਾਂ ਜਿਹੜੀਆਂ ਆਪਸ ਵਿੱਚ ਕਦੇ ਨਹੀਂ ਕੱਟਦੀਆਂ। ਸੋਚ ਕੇ ਦੇਖੋ ਲਾਈਨਾਂ ਕਿਹੜੀਆਂ ਹੁੰਦੀਆਂ? ਉਹ ਲਾਈਨਾਂ ਹੁੰਦੀਆਂ ਹਨ ਪੈਰਲਲ ਲਾਈਨਸ, ਜਿਹਨੂੰ ਅਸੀਂ ਸਮਾਂਤਰ ਰੇਖਾਵਾਂ ਕਹਿੰਦੇ ਹਨ। ਕੀ ਕਹਿੰਦੇ ਜੀ? ਸਮਾਂਤਰ ਰੇਖਾਵਾਂ, ਪੈਰਲਲ ਲਾਈਨਸ। ਜਿਵੇਂ ਰੇਲ ਗੱਡੀ ਦੀ ਲਾਈਨ ਦੀ ਜਿਹੜੀ ਪਟੜੀ ਹੁੰਦੀ ਹੈ, ਤਾਂ ਉਹ ਆਪਸ ਵਿੱਚ ਕਦੇ ਵੀ ਨਹੀਂ ਕੱਟਦੀਆਂ, ਨਾ ਕੱਟਦੀਆਂ ਤੇ ਨਾ ਹੀ ਮਿਲਦੀਆਂ। ਤਾਂ ਇਹ ਕਿਹੜੀਆਂ ਹਨ? ਤਾਂ ਇਹਦਾ ਗ੍ਰਾਫ ਕੀ ਆ ਜਾਏਗਾ ਜੀ? ਸਮਾਂਤਰ ਰੇਖਾਵਾਂ। ਗ੍ਰਾਫ ਕੀ ਹੋਣਗੇ ਜੀ? ਸਮਾਂਤਰ ਹੋਣਗੇ, ਯਾਨੀ ਕਿ ਪੈਰਲਲ। ਕੀ ਹੋਣਗੇ ਜੀ? ਪੈਰਲਲ। ਤਾਂ ਮਤਲਬ ਕਿ ਇੱਥੋਂ ਤੱਕ ਤੁਹਾਨੂੰ ਫਾਰਮੂਲਾ ਕਲੀਅਰ ਹੋ ਗਿਆ ਵੀ ਜਦੋਂ ਇਹ ਹੈ a1/a2 ਬਰਾਬਰ ਨਹੀਂ ਹੈ b1/b2 ਤਾਂ ਇੱਕ ਯੂਨੀਕ ਸੋਲਿਊਸ਼ਨ ਹੋਏਗਾ, ਇੱਕ ਵਿਲੱਖਣ ਹੱਲ ਹੋਏਗਾ ਤੇ ਉਹਨਾਂ ਦੇ ਗ੍ਰਾਫ ਆਪਸ ਵਿੱਚ ਇੱਕ ਬਿੰਦੂ ਦੇ ਉੱਤੇ ਕੱਟਣਗੇ। ਜਦੋਂ ਦੂਜਾ ਫਾਰਮੂਲਾ ਬਣਦਾ ਹੈ ਤਾਂ ਬਹੁਤ ਸਾਰੇ ਹੱਲ ਹੋਣਗੇ, ਅਨੇਕਾਂ ਹੱਲ ਹੋਣਗੇ, ਹੈਵਿੰਗ ਮੈਨੀ ਸੋਲਿਊਸ਼ਨਸ, ਤੇ ਗ੍ਰਾਫ ਸੰਪਾਤੀ ਇੱਕ ਦੂਜੇ ਦੇ ਉੱਪਰ ਆ ਜਾਣਗੇ ਇੱਦਾਂ, ਤੇ ਉਹਨੂੰ ਕਹਿੰਦੇ ਅਸੀਂ ਕੋਇਨਸਾਈਡ। ਠੀਕ ਹੈ ਜੀ, ਕਰ ਜਾਣਗੇ ਇੱਕ ਦੂਜੇ ਦੇ ਉੱਤੇ। ਜਦੋਂ a1 a2 b1 b2 ਬਰਾਬਰ ਹੋਣ ਤੇ c1 ਔਰ c2 ਉਹਨਾਂ ਦੇ ਬਰਾਬਰ ਨਾ ਹੋਵੇ ਤਾਂ ਕੋਈ ਵੀ ਹੱਲ ਨਹੀਂ ਹੋਵੇਗਾ। ਨੋ ਸੋਲਿਊਸ਼ਨ। ਨੋ ਸੋਲਿਊਸ਼ਨ ਕਦੋਂ ਹੁੰਦਾ? ਜਦੋਂ ਰੇਖਾਵਾਂ ਆਪਸ ਵਿੱਚ ਕਦੇ ਵੀ ਨਾ ਕੱਟਣ। ਮੀਨਸ ਰੇਖਾਵਾਂ ਕੀ ਹੋਣ? ਸਮਾਂਤਰ ਹੋਣਗੇ ਉਹਨਾਂ ਦੇ ਗ੍ਰਾਫ, ਉਹਨੂੰ ਅਸੀਂ ਕੀ ਕਹਿੰਦੇ ਜੀ? ਪੈਰਲਲ। ਤਾਂ ਇਸ ਤੋਂ ਅੱਗੇ ਤੁਸੀਂ ਇੱਕ ਗੱਲ ਹੋਰ ਯਾਦ ਰੱਖਣੀ ਹੈ ਵੀ ਜਦੋਂ ਕਿਸੇ ਸਮੀਕਰਨ ਦਾ ਹੱਲ ਹੋ ਜੇ, ਜਦੋਂ ਕੋਈ ਸਮੀਕਰਨ ਹੱਲ ਹੋ ਜਾਂਦੀ ਹੈ, ਜਦੋਂ ਕਿਸੇ ਸਮੀਕਰਨ ਦਾ ਅਸੀਂ ਸੋਲਿਊਸ਼ਨ ਕੱਢ ਸਕਦੇ ਹਾਂ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਸੰਗਤ। ਕੀ ਹੁੰਦਾ ਹੈ ਜੀ? ਸੰਗਤ ਦਾ ਮਤਲਬ ਕੀ ਹੈ? ਸੰਗਤ ਦਾ ਮਤਲਬ ਹੈ ਵੀ ਅਸੀਂ ਉਹਨਾਂ ਦਾ ਹੱਲ ਕੱਢ ਸਕਦੇ ਹਾਂ। ਦੇਖੋ ਹੱਲ ਹੈ ਨਾ, ਇੱਕ ਵਿਲੱਖਣ ਹੈ, ਇਹਦਾ ਮਤਲਬ ਇਹ ਸਮੀਕਰਨਾਂ ਕੀ ਹਨ? ਸੰਗਤ ਹਨ। ਤੇ ਜਦੋਂ ਇੱਥੇ ਕਿੰਨੇ ਹੱਲ ਆ? ਇੱਥੇ ਵੀ ਬਹੁਤ ਸਾਰੇ ਹੱਲ ਆ, ਇਹ ਵੀ ਹੱਲ ਹੋ ਰਹੀ ਆ, ਤਾਂ ਇਹਨੂੰ ਵੀ ਅਸੀਂ ਕੀ ਕਹਾਂਗੇ? ਸੰਗਤ। ਇਹਦਾ ਮਤਲਬ ਜਿੱਥੇ ਹੱਲ ਸਮੀਕਰਨ ਦਾ ਸੰਭਵ ਹੈ ਉਹਨੂੰ ਸੰਗਤ,
जिथे हल संभव नहीं है, जिथे कोई भी हल नहीं है, नो सोल्यूशन, इनू कहांगे असंगत। संगत नू असी की कहते हैं कंसिस्टेंट। कंसिस कंसिस्टेंट कंसिस्टेंट ते जेड़ा असंगत है उसनों असी कहांगे इनकंसिस्टेंट। ये गल याद रखनी है। वैन टू लीनियर इक्वेशंस हैव ए सॉल्यूशन, these equations are called consistent। consistent when they have no solution we call it inconsistent। ਤਾਂ ਕੰਸਿਸਟੈਂਟ ਤੇ ਇਨਕੰਸਿਸਟੈਂਟ ਦਾ ਮਤਲਬ ਸਮਝ ਜਾਣਾ, ਤੁਸੀਂ ਨੋਟ ਕਰ ਲੈਣਾ ਵੀ ਕੰਸਿਸਟੈਂਟ ਕਦੋਂ ਹੁੰਦਾ ਹੈ ਤੇ ਇਨਕੰਸਿਸਟੈਂਟ ਕਦੋਂ ਹੁੰਦਾ ਹੈ। ਤਾਂ ਇੱਥੋਂ ਤੱਕ ਅੱਜ ਆਪਾਂ ਚੈਪਟਰ ਦੀ ਸਟਾਰਟਿੰਗ ਕਰ ਚੁੱਕੇ ਹਾਂ। ਸਭ ਤੋਂ ਪਹਿਲੇ ਮੇਰਾ ਮਤਲਬ ਸੀ ਕਿ ਤੁਹਾਨੂੰ ਚੈਪਟਰ ਦਾ ਨਾਮ ਕਲੀਅਰ ਹੋ ਜਾਏ, ਚੈਪਟਰ ਦੇ ਵਿੱਚ ਕਿਹੜੀ ਕਿਹੜੀ ਗੱਲਾਂ ਅਸੀਂ ਯੂਜ਼ ਕਰ ਰਹੇ ਹਾਂ। ਤਾਂ ਉਸ ਤੋਂ ਬਾਅਦ ਚੈਪਟਰ ਦੇ ਵਿੱਚ ਦੋ ਲੀਨੀਅਰ ਇਕੁਏਸ਼ਨਸ ਲਈਆਂ, ਪੇਅਰ ਆਫ ਲੀਨੀਅਰ ਇਕੁਏਸ਼ਨਸ ਲੈ ਕੇ ਅਸੀਂ ਉਹਨਾਂ ਦੇ ਇਹ ਫਾਰਮੂਲੇ ਦਾ ਇੱਕ ਟੇਬਲ ਬਣਾ ਲਿਆ। ਇਸ ਫਾਰਮੂਲੇ ਦੇ ਟੇਬਲ ਨੂੰ ਅੱਛੀ ਤਰ੍ਹਾਂ ਤੁਸੀਂ ਸਮਝ ਲੈਣਾ ਹੈ ਔਰ ਇਸ ਨੂੰ ਨੋਟ ਕਰ ਲੈਣਾ ਹੈ। ਹੁਣ ਇਸ ਤੋਂ ਅੱਗੇ ਆਪਾਂ ਚੱਲਾਂਗੇ ਤਾਂ ਜੋ ਕਿ ਆਪਾਂ ਨੂੰ ਅਗਲੀਆਂ ਗੱਲਾਂ ਜਿਹੜੀਆਂ ਹਨ ਥੋੜੀ ਥੋੜੀਆਂ ਇਹ ਅੱਜ ਸਮਝ ਆ ਜਾਣ ਤੇ ਅਸੀਂ ਇਸ ਚੈਪਟਰ ਨੂੰ ਵਧੀਆ ਢੰਗ ਨਾਲ ਹੱਲ ਕਰ ਸਕੀਏ। ਹੁਣ ਅਸੀਂ ਸਮੀਕਰਨਾਂ ਦਾ ਹੱਲ ਸਿੱਖਾਂਗੇ। ਸੋਲਿਊਸ਼ਨ ਆਫ ਇਕੁਏਸ਼ਨਸ, ਸੋਲਿਊਸ਼ਨ ਆਫ ਲੀਨੀਅਰ इक्वेशंस, रेखी समीकरणों दे हल। देखो कोई भी समीकरणों नूं हल करन दे लई साडे कोल कई ढंग हुंदे हन। तां इस दे विच सब तो दो तीन मैथड्स हैगे आ जिहड़े आपां डिस्कस करांगे। मैथड्स किहड़े आ? सब तो पहले है ग्राफिकल मैथड। ग्राफिकल मैथड यानी कि आलेख विधि। आलेख विधि राही हल करना, समीकरणों नूं आलेख विधि राही हल करना। इस तो अगला जिहड़ा है उसनूं असीं कहंदे एलिमिनेशन बाय सबस्टिट्यूशन। एलिमिनेशन बाय सबस्टिट्यूशन मीन्स इसनूं असीं प्रतिस्थापन विधि भी बोल दिंदे हैं। प्रतिस्थापन विधि, प्रति मतलब किसी चीज़ नूं किसी दी जगह भर देना, सबस्टिट्यूशन विधि। तीजा जिहड़ा है अपने कोल मैथड वो है एलिमिनेशन बाय इक्वेटिंग कोफिशिएंट्स। मीन्स गुणांकां नूं बराबर करके हल करना। चौथी विधि है क्रॉस मल्टीप्लिकेशन मैथड।
ਕਿਹੜਾ ਹੈ ਜੀ, ਕ੍ਰੋਸ ਮਲਟੀਪਲੀਕੇਸ਼ਨ ਮੈਥਡ, ਜਿਸ ਨੂੰ ਅਸੀਂ ਤਿਰਛੀ ਗੁਣਾ ਵਿਧੀ ਕਹਿੰਦੇ ਹਾਂ। ਤਾਂ ਬੇਸਿਕਲੀ ਆਪਾਂ ਇਹੀ 4 ਵਿਧੀਆਂ ਤੇ ਜ਼ੋਰ ਦੇਣਾ ਹੈ। ਇਸ ਦੇ ਵਿੱਚੋਂ ਜੋ ਆਪਾਂ ਨੂੰ ਸਭ ਤੋਂ ਪਹਿਲੇ ਇੱਕ ਗ੍ਰਾਫਿਕਲ ਵਿਧੀ ਹੈ ਜਿਹੜੀ, ਉਹ ਗ੍ਰਾਫ ਪੇਪਰ ਦੇ ਉੱਤੇ ਆਪਾਂ ਹੱਲ ਕਰਨੀ ਸਿੱਖਾਂਗੇ ਵੀ ਕਿਵੇਂ ਦੋ ਸਮੀਕਰਨਾਂ ਦਾ ਗ੍ਰਾਫ ਬਣਾ ਕੇ ਅਸੀਂ ਉਹਨਾਂ ਦਾ ਹੱਲ ਕਰਨਾ ਹੈ, ਯਾਨੀ ਕਿ ਅਲੇਖ ਵਿਧੀ ਰਾਹੀਂ। ਦੂਜਾ ਹੈ ਐਲੀਮੀਨੇਸ਼ਨ ਬਾਏ ਸਬਸਟੀਟਿਊਸ਼ਨ, ਮਤਲਬ ਕਿ ਇੱਕ ਸਮੀਕਰਨ ਦੇ ਵਿੱਚੋਂ ਕੀਮਤ ਕੱਢਣੀ ਹੈ, ਵੈਲਿਊ ਕੱਢ ਕੇ ਦੂਜੀ 'ਚ ਪੁੱਟ ਕਰਨੀ ਹੈ। ਤਾਂ ਕਿਵੇਂ ਇਹਨੂੰ ਹੱਲ ਕਰਨਾ ਹੈ, ਉਹਨੂੰ ਕਹਿੰਦੇ ਅਸੀਂ ਪ੍ਰਤਿਸਥਾਪਨ ਵਿਧੀ। ਤੀਜੀ ਵਿਧੀ ਜਿਹੜੀ ਹੈ ਆਪਣੇ ਬਹੁਤ ਕੰਮ ਆਉਣ ਵਾਲੀ ਹੈ, ਜਿਸ ਨੂੰ ਕਹਿੰਦੇ ਅਸੀਂ ਐਲੀਮੀਨੇਸ਼ਨ ਬਾਈ ਇਕੁਏਟਿੰਗ ਕੋਫੀਸ਼ੀਐਂਟ। ਸਭ ਤੋਂ ਪਹਿਲੇ ਅਸੀਂ ਇਹੀ ਵਿਧੀ ਸਿੱਖਣੀ ਹੈ ਵੀ ਕਿਵੇਂ ਦੋ ਸਮੀਕਰਨਾਂ ਨੂੰ ਇਕੁਏਟਿੰਗ ਕੋਫੀਸ਼ੀਐਂਟ ਨੂੰ ਆਪਸ ਵਿੱਚ ਬਰਾਬਰ ਕਰਕੇ, ਗੁਣਾਂਕਾਂ ਨੂੰ ਬਰਾਬਰ ਕਰਕੇ ਕਿਵੇਂ ਸਮੀਕਰਨ ਦਾ ਅਸੀਂ ਹੱਲ ਕੱਢਣਾ ਹੈ। ਬਹੁਤ ਇੰਪੋਰਟੈਂਟ ਹੈ, ਕਿਉਂਕਿ ਇਸ ਵਿਧੀ ਦੇ ਨਾਲ ਹੀ ਅਸੀਂ ਬਾਕੀ ਚੈਪਟਰਾਂ ਦੇ ਵਿੱਚ ਜਿੱਥੇ ਜਿੱਥੇ ਅਸੀਂ ਸਮੀਕਰਨਾਂ ਹੱਲ ਕਰਨੀਆਂ ਹੋਣਗੀਆਂ ਉੱਥੇ ਅਸੀਂ ਇਸ ਵਿਧੀ ਨੂੰ ਵਰਤਾਂਗੇ। ਤੀਜੀ ਤੋਂ ਬਾਅਦ ਚੌਥੀ ਜਿਹੜੀ ਹੈ, ਇਹ ਵੀ ਬੜੀ ਇੰਪੋਰਟੈਂਟ ਵਿਧੀ ਹੈ। ਇਹ ਸਿੱਧੇ ਸਿੱਧੇ ਕਈ ਵਾਰੀ ਪੇਪਰਾਂ ਦੇ ਵਿੱਚ ਪੁੱਛ ਲਈ ਜਾਂਦੀ ਹੈ ਕਿ ਦੋ ਸਮੀਕਰਨਾਂ ਦਿੱਤੀਆਂ ਹੋਈਆਂ ਹਨ ਤੇ ਉਹਨਾਂ ਨੂੰ ਤੁਸੀਂ ਤਿਰਛੀ ਗੁਣਾ ਵਿਧੀ ਰਾਹੀਂ ਹੱਲ ਕਰੋ, ਮੀਨਸ ਸੋਲਵ ਬਾਈ ਯੂਜ਼ਿੰਗ ਕ੍ਰੋਸ ਮਲਟੀਪਲੀਕੇਸ਼ਨ ਮੈਥਡ। ਤਾਂ ਇਹ 3 ਵਿਧੀਆਂ ਤਾਂ ਅਸੀਂ ਬਹੁਤ ਵਧੀਆ ਢੰਗ ਨਾਲ ਕਰਨੀਆਂ ਹਨ ਔਰ ਇਹਨਾਂ ਦਾ ਕਾਫੀ ਜ਼ਿਆਦਾ ਯੂਜ਼ ਇਸ ਚੈਪਟਰ ਵਿੱਚ ਵੀ ਹੈ ਔਰ ਅਗਲੇ ਜਿਹੜੇ ਚੈਪਟਰ ਆਪਾਂ ਕਰਾਂਗੇ ਉਹਨਾਂ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਖਾਸ ਕਰਕੇ ਐਲੀਮੀਨੇਸ਼ਨ ਬਾਈ ਇਕੁਏਟਿੰਗ ਕੋਫੀਸ਼ੀਐਂਟ ਔਰ ਕ੍ਰੋਸ ਮਲਟੀਪਲੀਕੇਸ਼ਨ ਮੈਥਡ ਦੇ ਨਾਲ ਅਸੀਂ ਜਿਹੜੀਆਂ ਸਮੀਕਰਨਾਂ ਨੂੰ ਹੱਲ ਕਰਾਂਗੇ। ਆਪਾਂ ਹੁਣ ਸਭ ਤੋਂ ਪਹਿਲੇ ਐਲੀਮੀਨੇਸ਼ਨ ਮੈਥਡ ਸਿੱਖਦੇ ਹਾਂ। ਬਹੁਤ ਹੀ ਆਸਾਨ ਢੰਗ ਨਾਲ ਇਸ ਨੂੰ ਹੱਲ ਕਰਿਆ ਜਾ ਸਕਦਾ ਹੈ। ਤਾਂ ਅੱਜ ਆਪਾਂ ਸਿੱਖਾਂਗੇ ਕਿ ਕਿਵੇਂ ਦੋ ਸਮੀਕਰਨਾਂ ਨੂੰ ਅਸੀਂ ਹੱਲ ਕਰਨਾ ਹੈ। Solution of linear equations by equating coefficients means ਰੇਖੀ ਸਮੀਕਰਨਾਂ ਦੇ ਹੱਲ ਕਿਹਦੇ ਨਾਲ ਕਰਨੇ ਆ ਜੀ, ਗੁਣਾਂਕਾਂ ਨੂੰ ਬਰਾਬਰ ਕਰਕੇ। ਬੜੇ ਧਿਆਨ ਨਾਲ ਸਮਝਣਾ, ਬਹੁਤ ਹੀ ਆਸਾਨ ਢੰਗ ਨਾਲ ਤੁਸੀਂ ਇਹ ਜਿਹੜੀ ਆ ਸਮਝ ਆਓਗੇ ਕਿ ਕਿਵੇਂ ਅਸੀਂ ਦੋ ਸਮੀਕਰਨਾਂ ਨੂੰ ਹੱਲ ਕਰਨਾ ਹੈ। ਮੈਂ ਐਗਜ਼ਾਮਪਲ ਲੈ ਰਿਹਾ ਇੱਕ। ਸਭ ਤੋਂ ਪਹਿਲੇ ਇਸ ਐਗਜ਼ਾਮਪਲ ਨੂੰ ਆਪਾਂ ਧਿਆਨ ਨਾਲ ਦੇਖਦੇ ਹਾਂ ਕਿ ਇਹਨੂੰ ਹੱਲ ਕਿਵੇਂ ਕਰਨਾ ਹੈ। ਦੇਖੋ ਸਾਡੇ ਕੋਲ ਇੱਕ ਸਮੀਕਰਨ ਹੈ, ਬਹੁਤ ਸਿੰਪਲ ਲੈ ਕੇ ਚਲਾਂਗਾ ਮੈਂ। 3x ਪਲੱਸ 2y ਬਰਾਬਰ ਹੈ 5। ਇਹ ਮੇਰੀ ਫਸਟ ਇਕੁਏਸ਼ਨ ਹੈ। 3x ਪਲੱਸ 2y ਇਜ਼ ਇਕੁਅਲ ਟੂ 5। ਦੂਜੀ ਮੈਂ ਸਮੀਕਰਨ ਲੈ ਰਿਹਾ 2x ਪਲੱਸ 3y ਇਜ਼ ਇਕੁਅਲ ਟੂ 7। ਬਹੁਤ ਸਿੰਪਲ ਕੁਐਸਚਨ ਲੈ ਕੇ ਚੱਲ ਰਿਹਾ ਮੈਂ। ਦੋ ਸਮੀਕਰਨਾਂ ਲੀਨੀਅਰ ਇਕੁਏਸ਼ਨਸ ਲੈ ਲਈਆਂ ਮੈਂ ਦੋਨੋਂ ਔਰ ਦੋਹਾਂ ਨੂੰ ਸੋਲਵ ਕਰਨਾ ਹੈ। ਮੀਨਸ ਮੈਂ x ਔਰ y ਦੀ ਕੀਮਤ ਪਤਾ ਕਰਨੀ ਆ। x ਔਰ y ਦੀ ਕੀਮਤ ਪਤਾ ਕਰਨੀ ਕਿਹੜੇ ਮੈਥਡ ਨਾਲ ਕਰ ਰਹੇ ਸੀ, ਇਕੁਏਟਿੰਗ ਕੋਫੀਸ਼ੀਐਂਟ, ਯਾਨੀ ਕਿ ਗੁਣਾਂਕਾਂ ਨੂੰ ਬਰਾਬਰ ਕਰਨਾ। ਗੁਣਾਂਕਾਂ ਨੂੰ ਕਿਵੇਂ ਬਰਾਬਰ ਕਰਨਾ ਹੈ, ਦੇਖੋ ਇੱਥੇ x ਦੇ ਨਾਲ ਕੌਣ ਹੈ ਜੀ 3, ਇੱਥੇ x ਦੇ ਨਾਲ ਕੀ ਹੈ ਜੀ 2। ਅਸੀਂ ਇਹਨਾਂ ਨੂੰ ਬਰਾਬਰ ਕਰਨਾ ਹੈ। ਇਹਨਾਂ ਨੂੰ ਬਰਾਬਰ ਕਰਨ ਦੇ ਲਈ ਅਸੀਂ ਕਰਨਾ ਕੀ ਹੈ, ਪਹਿਲੀ ਸਮੀਕਰਨ ਨੂੰ ਧਿਆਨ ਨਾਲ ਦੇਖੋ। ਇਸ ਦੇ ਵਿੱਚ x ਦੇ ਨਾਲ ਕੌਣ ਹੈ 3, ਦੂਜੀ ਦੇ ਨਾਲ ਕੌਣ ਹੈ x ਦੇ ਨਾਲ 2। 2 ਨੂੰ ਮੈਂ ਇੱਥੇ ਗੁਣਾ ਕਰ ਦਾਂਗਾ। ਮੀਨਸ ਮੈਂ ਪਹਿਲੀ ਸਾਰੀ ਸਮੀਕਰਨ ਨੂੰ 2 ਨਾਲ ਗੁਣਾ ਕਰਨਾ ਹੈ। ਕਿਉਂ? ਕਿਉਂਕਿ ਮੈਂ x ਵਾਲੇ ਕੋਫੀਸ਼ੀਐਂਟ ਦੋਨੋਂ ਕੀ ਕਰਨੇ ਜੀ ਬਰਾਬਰ। ਦੋਨੋਂ ਬਰਾਬਰ ਕਰਨ ਲਈ ਕੀ ਕਰਨਾ ਜੀ, ਪਹਿਲੀ ਸਮੀਕਰਨ ਨੂੰ ਦੂਜੀ ਸਮੀਕਰਨ ਦੇ ਵਿੱਚ ਜਿਹੜਾ x ਦੇ ਨਾਲ ਹੈ ਉਸ ਨਾਲ ਗੁਣਾ ਕਰਨੀ ਹੈ, ਮਲਟੀਪਲਾਈ ਕਰਨਾ। ਇੱਦਾਂ ਹੀ ਹੁਣ ਦੂਜੀ ਸਮੀਕਰਨ ਨੂੰ ਮੈਂ ਕਿਹਦੇ ਨਾਲ ਮਲਟੀਪਲਾਈ ਕਰੂੰਗਾ, ਜੋ ਉੱਪਰ ਵਾਲੀ 'ਚ x ਦੇ ਨਾਲ ਕੌਣ ਹੈ ਜੀ 3। ਧਿਆਨ ਨਾਲ ਦੇਖ ਲਓ, ਪਹਿਲੀ ਸਮੀਕਰਨ ਨੂੰ ਕਿਹਦੇ ਨਾਲ ਮਲਟੀਪਲਾਈ ਕਰਨਾ ਹੈ, ਜੋ ਦੂਜੀ ਸਮੀਕਰਨ ਦੇ ਵਿੱਚ x ਦੇ ਨਾਲ, ਤੇ ਦੂਜੀ ਨੂੰ ਕਿਹਦੇ ਨਾਲ ਮਲਟੀਪਲਾਈ ਕਰ ਰਹੇ ਹਾਂ, ਜੋ ਪਹਿਲੀ 'ਚ x ਦੇ ਨਾਲ। ਹੁਣ ਇਹ ਸਾਰੀ ਸਮੀਕਰਨ ਨੂੰ ਤੁਸੀਂ 2 ਨਾਲ ਗੁਣਾ ਕਰੋ, ਇਹ ਆ ਜਾਏਗਾ 2 ਨੂੰ 3 ਨਾਲ ਮਲਟੀਪਲਾਈ ਕਰਿਆ 6x
प्लस 2 ਨੂੰ 2 ਨਾਲ ਗੁਣਾ ਕਰੀ 4y, ਫਿਰ 5 ਨੂੰ 2 ਨਾਲ ਗੁਣਾ ਕਰੀ 10, ਇੱਦੀ 2 ਨੂੰ 3 ਨਾਲ ਗੁਣਾ ਕਰੀ 6x, प्लस 3 ਨੂੰ 3 ਨਾਲ ਕਰੀ 3 ਤੇ 9 y, ਤੇ 7 ਨੂੰ 3 ਨਾਲ ਕਰੀ 21 ਆ ਗਿਆ। ਉਮੀਦ ਕਰਦਾ ਵੀ ਇਹ ਸਾਰੀ ਗੱਲ ਤੁਹਾਨੂੰ ਸਮਝ ਲੱਗ ਗਈ ਹੋਣੀ। ਹੁਣ ਤੁਸੀਂ ਦੇਖੋ ਸਾਡਾ 6x ਔਰ 6x x ਦੇ ਗੁਣਾਂਕ ਕੀ ਹੋ ਚੁੱਕੇ ਆ ਜੀ, ਬਰਾਬਰ ਹੋ ਚੁੱਕੇ ਆ। ਤਾਂ ਹੁਣ ਅਸੀਂ ਇਹਨਾਂ ਨੂੰ ਕੈਂਸਲ ਕਰਨਾ। ਦੇਖੋ ਇਹਨਾਂ ਨੂੰ ਕੱਟਣਾ ਹੈ, ਗੁਣਾਂਕ ਬਰਾਬਰ ਕਰਨ ਦਾ ਮਕਸਦ ਇਹੀ ਸੀ ਵੀ ਉਹ ਆਪਸ ਵਿੱਚ ਕੱਟੇ ਜਾਣ। ਤਾਂ ਦੋ ਰਕਮਾਂ ਆਪਸ ਵਿੱਚ ਉਦੋਂ ਹੀ ਕੱਟੀਆਂ ਜਾਂਦੀਆਂ ਜਦੋਂ ਇੱਕ ਪਲੱਸ ਦੀ ਹੋਵੇ ਤੇ ਦੂਜੀ ਮਾਈਨਸ ਦੀ। ਲੇਕਿਨ ਇੱਥੇ ਤਾਂ ਇਹ 6x ਉੱਪਰ ਵਾਲਾ ਵੀ ਪਲੱਸ ਹੈ, ਨੀਚੇ ਵਾਲਾ ਵੀ ਪਲੱਸ ਹੈ। ਤਾਂ ਇਸ ਜਦੋਂ ਦੋਨਾਂ ਦੇ ਸਾਈਨ ਨਿਸ਼ਾਨੀਆਂ ਬਰਾਬਰ ਹੋਣ ਤਾਂ ਹੇਠ ਵਾਲੀ ਰਕਮ ਦੀਆਂ ਨਿਸ਼ਾਨੀਆਂ ਅਸੀਂ ਬਦਲਣੀਆਂ। ਠੀਕ ਹੈ ਜੀ। ਤਾਂ ਦੇਖੋ ਬਦਲ ਕੇ ਲਿਖਣ, ਇਹ 6x ਕਾਹਦਾ ਹੈ, ਪਲੱਸ ਦਾ, ਤਾਂ ਅਸੀਂ ਇੱਥੇ ਲਗਾਉਣਾ ਹੈ ਨਿਸ਼ਾਨ। ਇਹ 6x ਕਿਸ ਦਾ ਹੈ ਜੀ, ਪਲੱਸ ਦਾ। ਕੋਈ ਵੀ ਸਾਈਨ ਨਹੀਂ ਤਾਂ ਇਟ ਮੀਨਸ ਉਹ ਪੋਜ਼ਿਟਿਵ, ਤਾਂ ਉਹਦੇ ਇੱਥੇ ਲਗਾਉਣਾ ਹੈ ਸਾਈਨ ਕਿਸ ਚੀਜ਼ ਦਾ, ਨੈਗੇਟਿਵ। ਇਹ ਪਲੱਸ ਕਾਹਦਾ ਹੋ ਜਾਏਗਾ, ਇਹ ਮਾਈਨਸ। ਇਹ 21 ਕਾਹਦਾ ਹੈ ਜੀ, ਪਲੱਸ ਦਾ, ਕੀ ਹੋ ਜਾਏਗਾ, ਮਾਈਨਸ। ਸਾਈਨ ਨੂੰ ਨਿਸ਼ਾਨੀਆਂ ਦੇ ਬਿਲਕੁਲ ਸੀਧ 'ਚ ਲਿਖਣਾ। ਇਹਨਾਂ ਨੂੰ ਖਾਸ ਗੱਲ ਦਾ, ਇਸ ਦਾ ਖਾਸ ਧਿਆਨ ਰੱਖਣਾ ਲਿਖਣ ਵੇਲੇ। ਹੁਣ ਤੁਸੀਂ ਦੇਖੋ 6x ਦੇ ਵਿੱਚੋਂ 6x ਮਾਈਨਸ ਕਰਤੇ, ਇਹ ਕੱਟ ਗਏ। ਪੁਰਾਣੀ ਨਿਸ਼ਾਨੀ ਜਿਹੜੀ ਆ ਉਹ ਭੁੱਲ ਜਾਣੀ ਹੈ ਨਹੀਂ। ਇਹ 4y ਪਲੱਸ ਦਾ ਹੈ, ਇਹ 9y ਕਿਸ ਦਾ ਹੈ, ਮਾਈਨਸ ਦਾ। ਪਲੱਸ ਮਾਈਨਸ ਇਹ ਭੁੱਲ ਜਾਣੇ ਤੁਸੀਂ, ਪੁਰਾਣੀ ਨਿਸ਼ਾਨੀ ਨੂੰ ਭੁੱਲ ਜਾਣਾ ਹੈ। ਇਹ ਆ ਜਾਏਗਾ ਪਲੱਸ, ਇਹ ਆ ਜਾਏਗਾ ਮਾਈਨਸ। ਪਲੱਸ ਮਾਈਨਸ ਮਾਈਨਸ, 9 ਚੋਂ 4 ਮਾਈਨਸ ਕਰਾਂਗੇ 5, ਨਾਲ ਕੀ ਹੈ ਇਸਦੇ y। ਲੇਕਿਨ ਆਪਾਂ ਨੇ ਨਿਸ਼ਾਨੀ ਜਿਹੜੀ ਹਮੇਸ਼ਾ ਵੱਡੀ ਦੀ ਲਗਾਣੀ ਹੈ। ਇਹ 4 ਪਲੱਸ ਦਾ ਹੈ, 9 ਕਿਸ ਦਾ ਹੋ ਗਿਆ ਜੀ, ਮਾਈਨਸ ਦਾ। ਇਹ ਪੁਰਾਣਾ ਨਿਸ਼ਾਨ ਅਸੀਂ ਭੁੱਲ ਜਾਣਾ। 9 ਕਿਸ ਦਾ ਹੋ ਗਿਆ, ਮਾਈਨਸ ਦਾ। ਇਹ ਆ ਜਾਏਗਾ ਮਾਈਨਸ ਇਜ਼ ਇਕਲ ਟੂ, ਇਹ 10 ਕਿਸ ਦਾ ਹੈ ਜੀ, ਪਲੱਸ ਦਾ। 21 ਕਾਹਦਾ ਹੋ ਗਿਆ, ਮਾਈਨਸ ਦਾ। ਫਿਰ ਪਲੱਸ ਮਾਈਨਸ ਮਾਈਨਸ, 21 ਚੋਂ 10 ਘਟਾਓ, ਕੀ ਆ ਜਾਏਗਾ ਜੀ, 11। ਨਿਸ਼ਾਨੀ ਵੱਡੀ ਰਕਮ ਦੀ, ਤਾਂ ਇੱਥੋਂ y ਦੀ ਕੀਮਤ ਕੱਢਾਂਗੇ -11। ਜੋ y ਦੇ ਨਾਲ ਵਾਲੀ ਰਕਮ ਹੈ ਉਹ ਨੀਚੇ ਜਾਏਗੀ। ਇਹ ਗੱਲ ਦਾ ਖਾਸ ਖਿਆਲ ਰੱਖਣਾ। -5 ਨੀਚੇ ਜਾਏਗਾ, ਤਾਂ ਮਾਈਨਸ ਨਾਲ ਮਾਈਨਸ ਉੱਪਰ ਨੀਚੇ ਕੱਟ ਗਿਆ, ਤਾਂ y ਦੀ ਕੀਮਤ ਆ ਗਈ 11 ਨੀਚੇ 5। y ਇਜ਼ ਇਕਲ ਟੂ 11/5, 11/5। ਦੇਖੋ ਕਿੱਡੀ ਸੌਖੀ ਵਿਧੀ ਸੀ ਇਹ। ਮੈਂ ਪਹਿਲੇ ਢੰਗ ਦੇ ਵਿੱਚ x ਦੇ ਗੁਣਾਂਕ ਕੀ ਕਰ ਲਏ, ਆਪਸ ਵਿੱਚ ਬਰਾਬਰ। ਹੁਣ ਮੈਂ ਕਿਸ ਦੀ ਕੀਮਤ ਕੱਢ ਲਈ, y ਦੀ। ਹੁਣ ਮੈਂ ਦੁਬਾਰਾ ਇਹਨਾਂ ਨੂੰ ਹੱਲ ਕਰਾਂਗਾ, ਦੁਬਾਰਾ ਸਮੀਕਰਨਾਂ ਨੂੰ ਹੱਲ ਕਰਾਂਗੇ। ਹੁਣ ਆਪਾਂ ਕੱਢਾਂਗੇ y ਦੀ ਕੀਮਤ। ਦੇਖੋ ਮੈਂ ਦੁਬਾਰਾ ਸਮੀਕਰਨ ਲਿਖ ਰਿਹਾ, 3x + 2y = 5, 2x + 3y = 7। ਇਹਨਾਂ ਨੂੰ ਵੀ ਅਸੀਂ ਗੁਣਾ ਕਰਨਾ ਹੈ ਕਿਉਂਕਿ ਗੁਣਾਂਕ ਬਰਾਬਰ ਕਰਨੇ ਹਨ। ਪਹਿਲੇ ਕਿਹਦੇ ਗੁਣਾਂਕ ਬਰਾਬਰ ਕੀਤੇ ਆ ਜੀ, x ਦੇ। ਹੁਣ ਕਿਹਦੀ ਵਾਰੀ ਆ, y ਦੀ। ਜਿਵੇਂ x ਦੇ ਗੁਣਾਂਕ ਬਰਾਬਰ ਕੀਤੇ ਆ ਉਦਾਂ ਹੀ y ਦੇ। ਕੀ ਕਰਾਂਗੇ ਜੀ, y ਦੇ ਗੁਣਾਂਕ ਇੱਥੇ ਕੌਣ ਆ, 3 ਨੂੰ ਉੱਪਰ ਵਾਲੀ ਸਮੀਕਰਨ ਨਾਲ ਮਲਟੀਪਲਾਈ ਕਰਤਾ। ਇੱਥੇ y ਨਾਲ ਕੌਣ ਆ ਜੀ, 2 ਨੂੰ ਇੱਥੇ ਚੱਕ ਲਿਆਏ, ਇਹਦੇ ਨਾਲ ਗੁਣਾ ਕਰਤਾ। ਬਿਲਕੁਲ ਸੇਮ ਮੈਥਡ। ਇਹ ਸਾਰੀ ਸਮੀਕਰਨ ਨੂੰ ਕਿਹਦੇ ਨਾਲ ਗੁਣਾ ਕਰਨਾ, 3 ਨਾਲ। ਇਹ ਆ ਜਾਏਗਾ 3 3 9x। ਫਿਰ 2 ਨੂੰ 3 ਨਾਲ ਗੁਣਾ ਕਰਾਂਗੇ, ਆਏਗਾ 6y। 5 ਨੂੰ 3 ਨਾਲ ਕਰਿਆ, ਇਹ ਆ ਜਾਏਗਾ 15। ਫਿਰ ਇਹਨੂੰ 2 ਨੂੰ 2 ਨਾਲ, 2 ਦੂਣੀ 4x। ਫਿਰ 3 ਨੂੰ 2 ਨਾਲ 6y = 7 ਨੂੰ 2 ਨਾਲ 14। ਬਹੁਤ ਆਸਾਨ ਹੋ ਗਿਆ ਕੰਮ। ਹੁਣ ਤੁਸੀਂ ਦੇਖੋ ਇਹ ਪਹਿਲੇ x ਦੇ ਗੁਣਾਂਕ ਬਰਾਬਰ ਆ ਗਏ ਸੀ, ਹੁਣ ਕਿਸ ਦੇ ਆ ਗਏ, y ਦੇ। ਇਹ y ਕਾ 6y ਪਲੱਸ ਦਾ, ਇਹ ਵੀ ਕੀ ਹੈ, ਪਲੱਸ ਦਾ। ਇਹ ਕੱਟਣੇ ਆ। ਬਰਾਬਰ ਕਰਨ ਦਾ ਮਤਲਬ ਕੀ ਸੀ, ਆਪਣਾ ਏਮ ਕੀ ਸੀ ਕਿ ਬਰਾਬਰ ਕਰਕੇ ਉਹਨਾਂ ਨੂੰ ਅਸੀਂ ਕੱਟ ਦਈਏ। ਲੇਕਿਨ ਇਹ ਕੱਟ ਨਹੀਂ ਹੋ ਰਹੇ। ਕਿਉਂ ਨਹੀਂ ਕੱਟ ਹੋ ਰਹੇ, ਕਿਉਂਕਿ ਇੱਕ ਰਕਮ ਪਲੱਸ ਦੀ ਹੈ, ਦੂਜੀ ਕੀ ਹੈ, ਮਾਈਨਸ ਦੀ ਹੈ। ਇਹਨਾਂ ਨੂੰ ਕੱਟਣ ਦੇ ਲਈ ਹੇਠ ਵਾਲੀਆਂ ਰਕਮਾਂ ਦੀਆਂ ਕੀ ਕਰਨੀਆਂ ਪੈਣੀਆਂ, ਨਿਸ਼ਾਨੀਆਂ ਚੇਂਜ। ਸਾਰੀਆਂ ਨਿਸ਼ਾਨੀਆਂ ਚੇਂਜ ਕਰਨੀਆਂ। ਇਹ ਨਹੀਂ ਹੈ ਵੀ ਇੱਕ ਨਿਸ਼ਾਨੀ ਚੇਂਜ ਕਰਤੀ। ਦੇਖੋ ਇਹ ਪਲੱਸ ਆ ਤਾਂ ਇੱਥੇ ਮਾਈਨਸ ਲਗਾਉਣਾ, ਆ ਇਹਦੀ ਸੀ 'ਚ। ਇੱਥੇ ਪਲੱਸ, ਇਹ ਪਲੱਸ ਆ, ਹੇਠ ਵਾਲਾ ਸਾਈਨ ਇਹਨੂੰ ਬਦਲ ਕੇ ਮਾਈਨਸ ਕਰਤਾ। ਇੱਥੇ 14 ਕਾਹਦਾ ਹੈ, ਪਲੱਸ ਦਾ, ਤੇ ਇਹਦੇ ਥੱਲੇ ਇੱਥੇ ਲਾਤਾ ਮਾਈਨਸ। ਇਹ 6y ਤੇ 6y ਕੱਟ ਕੇ, ਕਿਉਂਕਿ ਪਲੱਸ ਮਾਈਨਸ ਕੈਂਸਲ ਹੋ ਗਿਆ।
ये 9 9 ਦੇ ਵਿੱਚੋਂ 4 ਮਾਈਨਸ ਕੀਤੇ ਇਹ ਆ ਜਾਏਗਾ 5x ਇੱਕੋ ਲਾਈਨ 'ਚ ਲਿਖਣੇ ਆ ਜਿੱਥੇ ਬਰਾਬਰ ਆ ਉਹਦੀ ਸੀਧ ਦੇ ਵਿੱਚ ਬਰਾਬਰ ਪਾਣਾ ਹੈ 15 ਦੇ ਵਿੱਚੋਂ 14 ਮਾਈਨਸ ਕਰੇ 1 ਆਪਾਂ ਨੂੰ x ਦੀ ਕੀਮਤ ਚਾਹੀਦੀ ਹੈ 1 ਜੋ ਨਾਲ ਵਾਲੀ ਰਕਮ ਹੈ x ਦੇ ਨਾਲ ਉਹ ਨੀਚੇ ਜਾਏਗੀ ਤਾਂ 5 ਨੀਚੇ ਜਾਏਗਾ ਤਾਂ x इज इक्वल टू 1/5 और y इज इक्वल टू 11/5 ਇਹ ਸਾਡਾ ਆ ਗਿਆ ਸਮੀਕਰਨ ਦਾ ਹੱਲ ਆਨਸਰ। ਤਾਂ ਇਹ ਵਿਧੀ ਕਿਹੜੀ ਵਿਧੀ ਸਿੱਖੀ ਹੈ ਜੀ ਅਸੀਂ ਇਕੁਏਟਿੰਗ ਕੋਐਫੀਸ਼ੀਐਂਟਸ ਗੁਣਾਂਕਾਂ ਨੂੰ ਬਰਾਬਰ ਕਰਕੇ ਆਪਾਂ ਨੇ ਇੱਕ ਸਮੀਕਰਨ ਦਾ ਹੱਲ ਸਿੱਖ ਲਿਆ। ਹੁਣ ਆਪਾਂ ਇੱਕ ਕੁਐਸਚਨ ਹੋਰ ਕਰਦੇ ਹਾਂ ਇਸ ਦੇ ਨਾਲ ਤਾਂ ਜੋ ਕਿ ਤੁਹਾਨੂੰ ਬਿਲਕੁਲ ਵੀ ਕਿਸੇ ਵੀ ਕਿਸਮ ਦੀ ਜਿਹੜੀ ਆ ਦਿੱਕਤ ਨਾ ਆਵੇ ਔਰ ਤੁਸੀਂ ਇਹਨਾਂ ਕੁਐਸਚਨਸ ਨੂੰ ਬਹੁਤ ਹੀ ਵਧੀਆ ਢੰਗ ਨਾਲ ਹੱਲ ਕਰ ਸਕੋ। ਮੈਂ ਅਗਲਾ ਕੁਐਸਚਨ ਇੱਕ ਕਰਾ ਰਿਹਾ ਤੁਹਾਡੇ ਲਈ ਸੁਵਿਧਾ ਦੇ ਲਈ। ਤਾਂ ਇੱਕ ਕੁਐਸਚਨ ਹੋਰ ਦੇਖਾਂਗੇ ਫਿਰ ਤੁਹਾਨੂੰ ਇਹ ਸਾਰੇ ਕੁਐਸਚਨ ਬੜੇ ਸੌਖੇ ਢੰਗ ਨਾਲ ਕਲੀਅਰ ਹੋ ਜਾਣਗੇ। क्वेश्चन है जी 3x माइनस 5y इज इक्वल टू -1। एक तो मैं समीकरण हूँ नैगेटिव वाली ले ली माइनस वाली तां जो कि थोनों प्लस वाला क्वेश्चन तो कर लिया भी माइनस वाला क्वेश्चन भी पता लग जाए 3x माइनस 5y इज इक्वल टू -1 तो ये दूजी समीकरण मैं ले रहा x माइनस y इज इक्वल टू -1। बहुत ही आसान सवाल है जी। इस नूं असीं हल करांगे बाय इक्वेटिंग कोफिशिएंट गुणांकां नूं बराबर करके। ये साडी पहली समीकरण ये साडी दूजी समीकरण गुणांक बराबर करने हैं। देखो x दे नाल कुछ भी नहीं था 1 लगा सकते हैं तुसीं y दे नाल कुछ भी नहीं था कोफिशिएंट की आ गया 1। हुण तुसीं देखो भी पहली समीकरण गुणांकां नूं x दे गुणांक इहनूं बराबर करना आपस दे विच बराबर करने लई पहली समीकरण नूं किहदे नाल गुणा करांगे दूजी समीकरण दे विच जो x दे नाल है 1 बैठा इत्थे ते इहनूं किहदे नाल गुणा करांगे दूजी समीकरण नूं जो पहली वाली दे विच x दे नाल बैठा। बस ये सारी समीकरण नूं 1 नाल गुणा करिया ये आ जाएगा सेम ही आ जाएगा 3x माइनस 5y -1। ये सारी समीकरण नूं किहदे नाल गुणा कर रहे हैं जी 3 नाल ये आ जाएगा 3x माइनस 3y ते -3। हुण तुसीं देखो x दे गुणांक बराबर हो गए ये 3x ये भी 3x दोनों बराबर हो गए जी। हुण ये कैंसल करने हैं ये कट्टने हैं ये कट्टणगे कदों ये उदों ही कट्टदे हुंदे जदों इन्हां दीयां निशानियां उल्ट होण मीनस एक प्लस दी होवे दूजी माइनस दी लेकिन ये तो दोनों पॉजिटिव। फिर की करिए इन्हां नूं कट्टण दे लई हेठ वालियां रकमां दीयां निशानियां बदलनियां पैणगीਆਂ। ये नहीं है भी एक दी रकम की निशानी बदलती और बाकियों की बदली नहीं सारिਆਂ की बदलनी है। जो बदलनी है तो ये प्लस है तो की हो जाएगा जी माइनस ये माइनस है तो की हो जाएगा प्लस ये माइनस है तो की हो जाएगा प्लस। साइन जोड़ा लग्या होया उस तो उल्ट लगा देना निशानियां सीध च रखनियां। इस गल का खास ध्यान रखना भी ये ना हो तुसीं निशानियां ही उल्ट पुलट रखियां भी होण। तो 3x प्लस ते माइनस कैंसल हो गए। हुण पुराना निशान तो भुल जाओ मान लो ये है ही नहीं ये तो है ही नहीं कौन जी। हुण इसका निशान प्लस ए माइनस प्लस माइनस माइनस 5 दे विचों 3 माइनस करे 2y वड्डा कौन है 5 या 3 5 5 दे अगे काहदा साइन है माइनस दा इक्को सीध विच लिखने हैं बराबर दे थल्ले बराबर इक्को लाइन च आवे। ये हुण पुराना निशान मान लो है नहीं ये मैं सर्कल तुहाडी सुविधा दे लई ला रहा तुसीं नहीं ये निशान लगाना तुसीं ये माइनस ये काहदा हो गया जी 3 3 बन गया प्लस दा फिर प्लस माइनस माइनस 3 दे विचों 1 माइनस करे की आ गया 2 3 काहदा है प्लस दा वड्डा है तो वड्डा साइन तो y इज इक्वल टू 2 इधर आ गया ये -2 जाएगा नीचे 2 एकम 2 तो y की कीमत आ जाएगी 1 बच गया थल्ले वाला माइनस है मैं इनू उपर लिख सकदा इनू असीं इदां लिख सकते हैं y इज इक्वल टू -1। हुण आपां किहदी कीमत कड्डांगे जी x दी पहले किहदे गुणांक बराबर करके कैंसल करें x दे। हुण मैं इनू दोबारा लिख रहा 3x
-5y -1, दूजी समीकरण 1x -1y -1। पहले x ਦੇ ਗੁਣਾਂਕ ਬਰਾਬਰ ਕੀਤੇ ਆ ਜੀ, ਹੁਣ ਕਿਹਦੀ ਵਾਰੀ ਹੈ y ਦੀ। y ਦੇ ਗੁਣਾਂਕ, ਇਹ ਮਾਈਨਸ ਦੀ ਨਿਸ਼ਾਨੀ ਨਾਲ ਨਹੀਂ ਗੁਣਾ ਕਰਨ ਦੀ ਲੋੜ, ਸਿੱਧਾ ਇਸ ਦੂਜੀ ਸਮੀਕਰਨ ਨੂੰ ਕਿਹਦੇ ਨਾਲ, ਜੋ y ਦੇ ਨਾਲ ਪਹਿਲੀ ਚ ਕੌਣ 5, ਮਾਈਨਸ ਨਹੀਂ ਨਾਲ ਲੈ ਕੇ ਆਉਣ ਦੀ ਲੋੜ, ਇੱਥੇ 1 ਹੈ ਤਾਂ ਇਹਨੂੰ 1 ਨਾਲ ਗੁਣਾ ਕਰਨੀ, ਉਲਟ ਗੁਣਾ ਕਰਨੀ, ਹੇਠ ਵਾਲੀ ਨੂੰ ਉੱਪਰ ਵਾਲੀ ਨਾਲ, ਉੱਪਰ ਵਾਲੀ ਨੂੰ ਹੇਠ ਵਾਲੀ ਨਾਲ। ਸਮਝ ਆ ਰਹੀ ਹੈ ਨਾ ਗੁਣਾ, ਮਤਲਬ ਕਿ ਉੱਪਰ ਵਾਲੀ ਸਮੀਕਰਨ ਨੂੰ ਹੇਠ ਵਾਲੀ ਸਮੀਕਰਨ ਦੇ ਨਾਲ ਜੋ ਬੈਠਾ ਉਹਦੇ ਨਾਲ ਗੁਣਾ ਕਰਨੀ ਹੈ, ਔਰ ਹੇਠ ਵਾਲੀ ਸਮੀਕਰਨ ਨੂੰ ਜੋ ਉੱਪਰ ਵਾਲੀ ਸਮੀਕਰਨ ਦੇ ਵਿੱਚ ਬੈਠਾ ਉਹਦੇ ਨਾਲ ਗੁਣਾ ਕਰਨੀ ਹੈ। ਤਾਂ ਇਹਨੂੰ ਸਾਰੀ ਨੂੰ 1 ਨਾਲ ਗੁਣਾ ਕਰਾਂਗੇ ਤਾਂ ਇਹੀ ਆ ਜਾਏਗਾ 3x -5y, 1 ਨੂੰ 1 ਨਾਲ ਕਰਿਆ -1, 5 ਨਾਲ ਗੁਣਾ ਕਰਾਂਗੇ ਇਹਨੂੰ, ਇਹ ਆ ਜਾਏਗਾ 5x -5 ਏਕਮ 5y ਤੇ -5। ਤਾਂ ਇੱਦਾਂ ਇਹ ਦੋ ਸਮੀਕਰਨਾਂ ਜਿਹੜੀਆਂ ਹਨ ਆਪਣੀਆਂ ਆ ਗਈਆਂ, ਜਿੱਥੇ x y ਦੇ ਗੁਣਾਂਕ ਬਰਾਬਰ ਹੋ ਗਏ। ਇਹ 5y ਮਾਈਨਸ ਦਾ, ਇਹ ਵੀ 5y ਮਾਈਨਸ ਹੈ, ਇਸ ਕਰਕੇ ਇਹਨਾਂ ਨੂੰ ਚੇਂਜ ਕਰਨਾ ਪੈਣਾ। ਚੇਂਜ ਇਹੀ ਨਹੀਂ, ਇਹ ਨਹੀਂ ਹੈ ਵੀ ਇਹਨੂੰ ਮਾਈਨਸ ਦਾ ਪਲੱਸ ਕਰਤਾ ਬਾਕੀਆਂ ਨੂੰ ਕਰੋ ਨਾ, ਇਹਨੂੰ ਵੀ ਚੇਂਜ ਕਰਨਾ। ਇਹ ਮਾਈਨਸ ਦਾ ਹੋ ਜਾਏਗਾ ਕਿਉਂਕਿ ਇਹ ਪਲੱਸ ਦਾ ਹੈ, ਇਹ ਮਾਈਨਸ ਦਾ ਹੈ, ਕਿਸ 'ਚ ਹੋ ਜਾਏਗਾ ਇਹ ਪਲੱਸ 'ਚ ਹੋ ਜਾਏਗਾ। ਇਹ 5y ਮਾਈਨਸ ਦਾ ਤੇ 5y ਪਲੱਸ ਦਾ ਕੈਂਸਲ ਹੋ ਗਏ। ਇਹ ਦੇਖੋ 3x ਪਲੱਸ 5x ਕਿਸ ਦਾ ਹੈ y ਦਾ, ਫਿਰ ਪਲੱਸ ਮਾਈਨਸ ਮਾਈਨਸ ਹੋਏਗਾ ਤੇ ਵੱਡੀ ਨਿਸ਼ਾਨੀ ਰਕਮ ਦੀ ਆਏਗੀ, ਨਿਸ਼ਾਨੀ ਮਾਈਨਸ ਦੀ। ਬਰਾਬਰ ਦੇ ਥੱਲੇ ਬਰਾਬਰ ਰੱਖਣਾ ਹੈ, ਇਹ ਪਲੱਸ ਇਹ ਮਾਈਨਸ, ਪਲੱਸ ਮਾਈਨਸ ਮਾਈਨਸ, 5 ਚੋਂ 1 ਮਾਈਨਸ ਕਰਾਂਗੇ ਇਹ ਆ ਜਾਏਗਾ ਜੀ 4। ਨਿਸ਼ਾਨੀ ਵੱਡੀ ਰਕਮ ਦੀ, ਵੱਡਾ 5 ਹੈ, 5 ਕਾਹਦਾ ਬਣ ਗਿਆ ਹੁਣ ਪਲੱਸ ਦਾ, ਤਾਂ ਇਹ ਪਲੱਸ ਦਾ ਰਹੇਗਾ। x ਆ ਜਾਏਗਾ 4, ਜੋ ਰਕਮ ਨਾਲ ਬੈਠੀ ਹੈ ਉਹ ਥੱਲੇ ਜਾਏਗੀ, -2 ਥੱਲੇ, 2 ਨਾਲ 4 ਕੱਟ ਗਿਆ, 2 ਦੂਣੀ 4, x ਆ ਗਿਆ ਮਾਈਨਸ, ਥੱਲੇ ਹੋਵੇ ਜਾਂ ਉੱਪਰ ਹੋਵੇ ਉਹਨੂੰ ਉੱਪਰ ਹੀ ਲਿਖਣਾ ਹੁੰਦਾ ਹੈ, ਇਹਨੂੰ ਲਿਖਾਂਗੇ -2। ਤਾਂ ਇਹ ਆ ਗਿਆ ਜੀ ਸਮੀਕਰਨ ਦਾ ਹੱਲ। x ਦੀ ਕੀਮਤ ਆਈ ਹੈ -2, y ਦੀ ਕੀਮਤ ਆਈ ਹੈ -1। ਉਮੀਦ ਕਰਦਾ ਵੀ ਇਹ ਵਿਧੀ ਤੁਹਾਨੂੰ ਬਹੁਤ ਹੀ ਵਧੀਆ ਢੰਗ ਨਾਲ ਸਮਝ ਆ ਗਈ ਹੋਣੀ। ਤਾਂ ਤੀਜੇ ਚੈਪਟਰ ਦੀ ਇਹ ਅੱਜ ਜਿਹੜਾ ਪਹਿਲਾ ਲੈਕਚਰ ਸੀ ਅਸੀਂ ਉਹ ਅੱਜ ਕਰਿਆ। ਇਸ ਦੇ ਵਿੱਚ ਅਸੀਂ ਦੋ ਚਲਾਂ ਵਾਲੀ ਰੇਖੀ ਸਮੀਕਰਨਾਂ ਨੂੰ ਸਮਝਿਆ ਵੀ ਕਿੱਦਾਂ ਦੀਆਂ ਹੁੰਦੀਆਂ ਹਨ। ਫਿਰ ਉਹਨਾਂ ਦੇ ਅਸੀਂ ਫਾਰਮੂਲੇ ਸਿੱਖੇ ਵੀ ਕਦੋਂ ਦੋ ਰੇਖੀ ਸਮੀਕਰਨ, ਦੋ ਚਲਾਂ ਵਾਲੀ ਰੇਖੀ ਸਮੀਕਰਨ ਦਾ ਇੱਕ ਵਿਲੱਖਣ ਹੱਲ ਕਦੋਂ ਹੁੰਦਾ ਹੈ, ਅਨੇਕਾਂ ਹੱਲ ਕਦੋਂ ਹੁੰਦੇ ਹਨ, ਤੇ ਉਸ ਦਾ ਕੋਈ ਵੀ ਸੋਲਿਊਸ਼ਨ ਨਹੀਂ ਹੁੰਦਾ ਉਹ ਕਦੋਂ ਹੁੰਦਾ ਹੈ, ਕਦੋਂ ਇਹਨਾਂ ਦੇ ਗ੍ਰਾਫ ਆਪਸ ਵਿੱਚ ਕੱਟਦੇ ਹਨ, ਕਦੋਂ ਇਹਨਾਂ ਦੇ ਗ੍ਰਾਫ ਇੱਕ ਦੂਜੇ ਦੇ ਸੰਪਾਤੀ ਮਤਲਬ ਕਿ ਇੱਕ ਦੂਜੇ ਦੇ ਉੱਪਰ ਆ ਜਾਂਦੇ ਆ, ਜਿਹਨੂੰ ਅਸੀਂ ਉਹ ਕਹਿ ਦਿੰਦੇ ਹਾਂ ਓਵਰਲੈਪਿੰਗ ਕਹਿ ਲਓ ਇੱਕ ਤਰ੍ਹਾਂ, ਜਾਂ ਕੋਨਸਾਈਡ ਕਹਿ ਦਿੰਦੇ ਆ, ਇੱਕ ਦੂਜੇ ਦੇ ਉੱਤੇ ਆ ਜਾਣ, ਤੇ ਕਿੱਦਾਂ ਉਹਨਾਂ ਦੇ ਗ੍ਰਾਫ ਇੱਕ ਦੂਜੇ ਦੇ ਕੀ ਆ ਗਏ ਜੀ ਪੈਰਲਲ। ਤੀਜਾ ਕੀ ਸਿੱਖਿਆ ਸੀ ਫਾਰਮੂਲਾ, ਵੀ ਜਦੋਂ ਕਿਸੇ ਸਮੀਕਰਨ ਦਾ ਇੱਕ ਹੱਲ ਹੋਵੇ ਜਾਂ ਅਨੇਕਾਂ ਹੱਲ ਹੋਣ ਤਾਂ ਉਸ ਨੂੰ ਅਸੀਂ ਕਹਿੰਦੇ ਹਾਂ ਸੰਗਤ, ਕੰਸਿਸਟੈਂਟ। ਜਦੋਂ ਕਿਸੇ ਸਮੀਕਰਨ ਦਾ ਕੋਈ ਵੀ ਹੱਲ ਨਾ ਹੋਵੇ ਉਸ ਨੂੰ ਅਸੀਂ ਕਹਿੰਦੇ ਹਾਂ ਇਨਕਨਸਿਸਟੈਂਟ, ਯਾਨੀ ਕਿ ਅਸੰਗਤ। ਅਸੰਗਤ ਮਤਲਬ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੈ। ਅਸੰਗਤ ਮਤਲਬ ਇਨਕਨਸਿਸਟੈਂਟ, ਇਨਕਨਸਿਸਟੈਂਟ ਮੀਨਸ ਦੇ ਹੈਵ ਨੋ ਸੋਲਿਊਸ਼ਨ। ਕੰਸਿਸਟੈਂਟ ਦਾ ਮਤਲਬ ਕਿਆ ਹੈ, ਦੇ ਹੈਵ ਏ ਸੋਲਿਊਸ਼ਨ। ਤਾਂ ਇਹ ਅੱਜ ਆਪਣਾ ਸੀ, ਇਹਨੂੰ ਧਿਆਨ ਨਾਲ ਸਮਝ ਲੈਣਾ। ਇਹਨੂੰ ਸਮਝ ਕੇ ਹੀ ਅਗਲੀ ਜਿਹੜੇ ਲੈਕਚਰ ਆ ਉਹ ਤੁਹਾਨੂੰ ਸਮਝ ਆਉਣਗੇ। ਸੋ ਥੈਂਕ ਯੂ।